ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਹੁਕਮਾਂ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਕਲਯੁਗ ਦੇ ਸਮੇਂ ਗੁਰੂ ਜੀ ਦੀ ਅਗਵਾਈ ਕਰ ਰਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਵੱਖ-ਵੱਖ ਭਗਤ ਜਿਨ੍ਹਾਂ ਦੇ ਕੋਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਲੈਂਦਾ। ਜਿਵੇਂ ਕਿ ਬੰਦੀ ਛੋੜ ਦਿਵਸ ਹੈ, ਆਪਾਂ ਉਸ ਨੂੰ ਮਨਾਉਣਾ ਹੈ। ਗੁਰਮੁਖ ਪਿਆਰਿਓ, ਇਹਦਾ ਇਤਿਹਾਸ ਪੜ੍ਹ ਕੇ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਆ ਕਿ ਗੁਰੂ ਹਰਗੋਬਿੰਦ ਜੀ ਨੇ ਜਾਂ ਰਾਮਚੰਦਰ ਜੀ ਨੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਜਿਹੜੀ ਸੱਚਾਈ ਸੀ ਉਹ ਕੀ ਹੈਗੀ ਆ, ਪਰਮਾਤਮਾ ਨੇ ਇਹ ਕੌਤਕ ਕਿਉਂ ਰਚਾਇਆ। ਜੇਕਰ ਇਹ ਗੱਲ ਸੋਚਦੇ ਹਾਂ ਤਾਂ ਆਪਾਂ ਨੂੰ ਭਰੀ ਭਾਂਤ ਇਹ ਸਾਹਮਣੇ ਆ ਜਾਂਦਾ ਕਿ ਰਾਮਚੰਦਰ ਜੀ ਨੇ 14 ਸਾਲ ਦੀ ਅਸੀਂ ਕਹਿ ਦਿੰਦੇ ਹੈਗੇ ਆ ਕਿ ਬਨਵਾਸ ਕੱਟਿਆ। ਉਹਨਾਂ ਨੇ ਇੰਨਾ ਚਿਰ ਦਾ ਬਨਵਾਸ ਕੱਟਿਆ, ਕੋਈ 12 ਸਾਲ ਕਹਿ ਦਿੰਦਾ, ਕੋਈ 14 ਸਾਲ ਕਹਿੰਦਾ, ਕੋਈ ਕਹਿਣ ਤੋਂ ਭਾਵ ਕਿ ਸਾਡੇ ਇਹ ਜਿਹੜਾ ਇਤਿਹਾਸ ਦੇ ਵਿੱਚ ਅਸੀਂ ਕੁਝ ਨਾ ਕੁਝ ਅਸੀਂ ਅੱਗੇ ਪਿੱਛੇ ਹੋ ਕੇ ਕਹਿ ਦਿੰਦੇ ਹਾਂ। ਪਰ ਜਿਹੜੀ ਸਿੱਖਿਆ ਸੀਗੀ ਸਾਨੂੰ ਲੈਣ ਦੀ ਤਾਂ ਉਹ ਲੋੜ ਆ। ਇਤਿਹਾਸ ਨੂੰ ਤਾਂ ਹਰ ਇੱਕ ਇਤਿਹਾਸਕਾਰ ਜਿਹੜਾ ਲਿਖਦਾ ਹੈਗਾ ਆ, ਕੁਛ ਵੀ ਨਵੇਂ ਤੋਂ ਨਵੇਂ ਗਾਂ ਵਿੱਚ ਉਹ ਆਪਣੇ ਵਾਸਤੇ ਆਪਣੇ ਕੋਲੋਂ ਕੁਝ ਨਾ ਕੁਝ ਚੀਜ਼ ਪਾ ਦਿੰਦਾ। ਕਿਸੇ ਨੇ ਕਿੰਨੇ ਚਿਰ ਦਾ ਬਨਵਾਸ ਕਹਿ ਦੇਣਾ, ਕਿਸੇ ਨੇ ਕੋਈ ਉਹ ਤੋਂ ਬਾਅਦ ਜਿਹਾ ਉੱਠਦੇ ਰਹਿੰਦੇ ਨੇ। ਸਾਨੂੰ ਇਹਨਾਂ ਗੱਲਾਂ ਵਿੱਚ ਜਾਣ ਦੀ ਲੋੜ ਨਹੀਂ ਰਹਿੰਦੀ, ਸਾਨੂੰ ਤਾਂ ਸਿੱਖਿਆ ਲੈਣ ਦੀ ਲੋੜ ਆ ਕਿ ਸ੍ਰੀ ਰਾਮਚੰਦਰ ਜੀ ਨੇ ਜੇਕਰ ਬਨਵਾਸ ਕੱਟ ਕੇ ਉਹ ਵਾਪਸ ਗਏ ਹੈਗੇ ਨੇ, ਜਿਸ ਵੇਲੇ ਵਾਪਸ ਗਏ ਤਾਂ ਉਹਨਾਂ ਨੇ ਜਿੰਨਾ ਸਮਾਂ ਕੱਟਿਆ ਉਸ ਨੂੰ ਕੀ ਕਹਿੰਦੇ ਨੇ, ਉਹਨਾਂ ਨੇ ਬੰਦਗੀ ਕੀਤੀ। ਉਹਨਾਂ ਨੇ ਜਿਹੜੀ ਬੰਦਗੀ ਕਰਕੇ ਆਪਣੀ ਬੰਦਿਸ਼ ਜਿਹੜੀ ਸੀਗੀ ਉਹਨੂੰ ਛੁਡਾਇਆ। ਬੰਦਿਸ਼ ਕਿਹੜੀ ਸੀਗੀ ਕਿ ਉਹ ਰਾਜ ਦੇ ਵਿੱਚ ਜੇਕਰ ਉੱਥੇ ਰਹਿੰਦੇ, ਜਿਸ ਵੇਲੇ ਉਹਨਾਂ ਨੂੰ ਬਨਵਾਸ ਦੀ ਸਜ਼ਾ ਦਿੱਤੀ ਗਈ ਸੀ ਤਾਂ ਉਹਨੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਸੰਤੋਲੀ ਮਾਂ ਸੀ ਜਿਸ ਨੇ ਸਜ਼ਾ ਦਵਾਈ ਸੀ ਉਹਦੇ ਪੈਰੀਂ ਹੱਥ ਲਾਇਆ ਸੀ। ਉਹਨੇ ਇਹ ਗੱਲ ਕਹੀ, ਸਾਰੇ ਜਣੇ ਲੋਕ ਬੜੇ ਹੈਰਾਨ ਹੋਏ ਕਿ ਨਾ ਆਪਣੀ ਅਸਲੀ ਮਾਂ ਛੱਡ ਕੇ ਇਹਨੇ ਉਹਨਾਂ ਦੇ ਪੈਰੀਂ ਹੱਥ ਕਿਉਂ ਲਾਇਆ, ਉਹ ਤਾਂ ਉਸੇ ਨੂੰ ਸਜ਼ਾ ਦਿਵਾਉਣ ਵਾਲੀ ਹੈ। ਜਦੋਂ ਉਹਨੂੰ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੇ, ਕਹਿੰਦੇ ਕਿ ਜੇਕਰ ਮੇਰੀ ਇਹ ਮਾਂ ਮੈਨੂੰ ਸਜ਼ਾ ਨਾ ਦਿਵਾਉਂਦੀ, ਮੈਨੂੰ ਇੱਥੋਂ ਨਾ ਕਢਾਇਆ ਜਾਂਦਾ ਤਾਂ ਮੈਂ ਜਾ ਕੇ ਬੰਦਗੀ ਨਹੀਂ ਕਰ ਸਕਦਾ ਸੀ। ਉਹਨਾਂ ਨੇ ਜੰਗਲਾਂ ਦੇ ਵਿੱਚ ਜਾਊਂਗਾ, ਮੈਂ ਜਾ ਕੇ ਸਾਧੂ ਸੰਤਾਂ ਦੇ ਨਾਲ ਮਿਲਾਪ ਕਰਾਂਗਾ, ਤਿਆਗੀਆਂ ਨਾਲ ਮਿਲਾਪ ਕਰਾਂਗਾ, ਮੈਂ ਬੰਦਗੀ ਕਰਾਂਗਾ। ਅਤੇ ਮਾਤਾ ਭੀਲਣੀ ਜੀ ਨੂੰ ਜਾ ਕੇ ਜਿਸ ਵੇਲੇ ਉਹ ਮਿਲੇ ਸੀਗੇ ਤਾਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਨਾਲ ਤਾਂ ਹੋਇਆ ਸੀਗਾ ਕਿ ਇਹ ਇੱਥੇ ਆਉਣਗੇ, ਰਾਮਚੰਦਰ ਜੀ ਆਉਣਗੇ, ਸੀਤਾ ਜੀ ਆਉਣਗੇ, ਨਾਲ ਇਹਨਾਂ ਦੇ ਜਿਹੜੇ ਹੈਗੇ ਲਛਮਣ ਜੀ ਆਉਣਗੇ, ਵੀ ਇਹ ਇਹਨਾਂ ਨੇ ਇੱਥੇ ਆਣ ਕੇ ਇਹ ਕਰਨਗੇ। ਤਾਂ ਉਸ ਤੋਂ ਬਾਅਦ ਉਹ ਬੰਦਗੀ ਦੇ ਕਰਨ ਲੱਗ ਪਏ। ਕਹਿਣ ਤੋਂ ਭਾਵ ਤੇ ਕਿ ਅਸੀਂ ਬੰਦਗੀ ਕਰਨੀ ਸੀਗੀ। ਅਸੀਂ ਹੁਣ ਵੀ ਅਸੀਂ ਇੱਕ ਬਨਵਾਸ ਦੀ ਤਰ੍ਹਾਂ ਅਸੀਂ ਇਹ ਸ੍ਰਿਸ਼ਟੀ ਦੇ ਵਿੱਚ ਸਾਨੂੰ ਪਰਮਾਤਮਾ ਨੇ ਭੇਜਿਆ ਹੋਇਆ ਹੈਗਾ। ਜੇਕਰ ਪਰਮਾਤਮਾ ਨੇ ਇੱਥੇ ਸਾਨੂੰ ਭੇਜਿਆ ਹੈਗਾ ਤਾਂ ਅਸੀਂ ਆਣ ਕੇ ਇੱਥੇ ਜੋ ਕਰਨਾ ਸੀਗਾ। ਅਤੇ ਉਹਨਾਂ ਨੇ ਜੋ ਰਾਮਚੰਦਰ ਜੀ ਨੇ ਆਖਿਆ ਭਾਈ ਕਿ ਜੇਕਰ ਮੈਂ ਰਾਜ ਗੱਦੀ ਲੈ ਲੈਂਦਾ, ਮੈਂ ਰਾਜ ਸੰਭਾਲ ਲੈਂਦਾ ਅਤੇ ਮੈਂ ਬੰਦਗੀ ਨਹੀਂ ਕਰ ਸਕਦਾ ਸੀਗਾ। ਅਤੇ ਹੁਣ ਅਸੀਂ ਵੀ ਇੱਥੇ ਆਣ ਕੇ ਅਸੀਂ ਜਿਹੜੀ ਸੀਗੀ ਅਸੀਂ ਬੰਦਗੀ ਕਰਨੀ ਸੀਗੀ, ਅਸੀਂ ਫਿਰ ਵੀ ਉਲਝੇ ਹੋਏ ਰਹੇ ਹੈਗੇ। ਅਤੇ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਉਚਾਰਿਆ। ਦੇਖੋ 1170 ਤੋਂ ਲੈ ਕੇ
1675 ਤੱਕ ਜਿੰਨੇ ਵੀ ਭਗਤ ਜਨ ਹੋਏ ਸਾਰਿਆਂ ਦੀ ਇੱਕੋ ਹੀ ਵਿਸ਼ਾ ਰਿਹਾ ਤੇ ਇੱਕੋ ਹੀ ਗੱਲ ਰਹੀ। ਕਿਸੇ ਧਰਮ ਦੀ ਵੰਡੀ ਨਹੀਂ ਸੀ, ਕੋਈ ਕੁਝ ਨਹੀਂ ਸੀ, ਕੋਈ ਹਿੰਦੂ ਮੁਸਲਮਾਨ ਕੁਝ ਦਾ ਕੋਈ ਚੱਕਰ ਨਹੀਂ ਸੀਗਾ ਜੀ, ਕੋਈ ਸਿੱਖ ਦਾ ਚੱਕਰ ਨਹੀਂ ਸੀ, ਕੋਈ ਈਸਾਈ ਦਾ ਚੱਕਰ ਨਹੀਂ ਸੀ। ਉਹ ਸਾਰਿਆਂ ਦੀ ਇੱਕੋ ਹੀ ਗੱਲ ਰਹੀ, ਕਿਉਂਕਿ ਉਹ ਅਸਲੀ ਭਗਤ ਜਨ ਸਨ ਤੇ ਅਸਲੀ ਹੀ ਇੱਕ ਰੂਪ ਤੋਂ ਦੂਸਰੇ ਰੂਪ ਦੇ ਵਿੱਚ ਜਾਂਦੇ ਰਹੇ ਨੇ। ਗੁਰੂ ਹਰਗੋਬਿੰਦ ਜੀ ਵੀ ਜਿਸ ਵੇਲੇ, ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਪਿਛਲੇ ਜਨਮਾਂ ਦੇ ਵਿੱਚ ਆਪਾਂ ਵਾਦ ਵਿੱਚ ਲੈ ਕੇ ਜਾਈਏ, ਪਰ ਸਾਨੂੰ ਸਿੱਖਿਆ ਲੈਣ ਦਾ ਮਤਲਬ ਆ ਕਿ ਉਹ ਸਾਨੂੰ ਸਿੱਖਿਆ ਕੀ ਦਿੱਤੀ ਉਹਨਾਂ ਨੇ ਆਖਿਆ ਕਿ ਜਿਸ ਵੇਲੇ ਬੰਦਾ ਕੋਈ ਵੀ ਬੰਦਗੀ ਕਰਦਾ, ਬੰਦਗੀ ਕਰਕੇ ਉਹ ਆਪਣੀ ਅਵਸਥਾ ਬਣਾਉਂਦਾ, ਅਵਸਥਾ ਬਣਾ ਕੇ ਉਸ ਨੇ ਅਕਾਲ ਤਖਤ ਸਾਹਿਬ 'ਤੇ ਜਾਣਾ। ਉਸ ਨੇ ਆਪਣੇ ਸਾਰੇ ਬੰਦਸ਼ ਜਿਹੜੇ ਸੀਗੇ ਇਹ ਛੱਡਣੇ ਹੁੰਦੇ ਹੈਗੇ ਆ। ਕਿਹੜੇ ਕਿਹੜੇ ਬੰਦਸ਼ ਸੀਗੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਲੜਾਈ ਝਗੜਾ। ਜਿਸ ਵੇਲੇ ਅਸੀਂ ਸਿਮਰਨ ਕਰਦੇ ਕਰਦੇ ਅਸੀਂ ਇਸ ਅਵਸਥਾ 'ਤੇ ਪਹੁੰਚ ਜਾਂਦੇ ਹੈਗੇ ਆ, ਅਤੇ ਜਿਹੜਾ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਰਾਤ ਗਵਾਈ ਸੌਂ ਕੇ, ਤਾਂ ਇਹ ਸਾਨੂੰ ਰਾਤ ਨੂੰ ਸੌਣਾ ਵੀ ਸਿਖਾਉਂਦੇ ਨੇ ਭਾਈ, ਕਿ ਰਾਤ ਨੂੰ ਤੁਸੀਂ ਅਕਾਲ ਤਖਤ ਸਾਹਿਬ 'ਤੇ ਜਾਣਾ। ਗੁਰੂ ਹਰਗੋਬਿੰਦ ਜੀ ਨੇ ਜੇਕਰ 52 ਰਾਜਿਆਂ ਦੇ ਉੱਤੇ ਜਿਹੜੇ ਸੀਗੇ ਇੱਥੋਂ ਕਿਲ੍ਹੇ ਦੇ ਵਿੱਚੋਂ ਕਢਾਏ ਹੈਗੇ ਆ, ਤਾਂ ਇਹਨਾਂ ਨੇ ਛਤਰਪਤੀ ਰਾਜਾ ਬਣਿਆ ਗਿਆ। ਗੁਰੂ ਹਰਗੋਬਿੰਦ ਜੀ ਨੂੰ ਛਤਰਪਤੀ ਰਾਜਾ ਬਣਨ ਦਾ ਆਖਿਆ ਗਿਆ। ਸਾਨੂੰ ਵੀ ਜੇਕਰ ਇਹ ਸੌਣ ਦਾ, ਖਾਣ ਦਾ ਭੇਦ ਲੈ ਕੇ ਅਸੀਂ ਇਹ ਬੰਦਗੀ ਕਰੀਏ, ਤਾਂ ਸਾਨੂੰ ਵੀ ਗਾਂਹ ਅੱਗੇ ਜਿਹੜਾ ਸੀਗਾ ਹੋਰ ਇਲਾਕਾ ਦਿੱਤਾ ਜਾਂਦਾ। ਕਿਵੇਂ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਕਾਇਆ ਨਗਰੀ ਇਹ ਮਨ ਰਾਜਾ। ਜਿਸ ਵੇਲੇ ਸਾਨੂੰ ਸਰੀਰ ਦਿੱਤਾ ਜਾਂਦਾ ਹੈਗਾ ਆ, ਇਸ ਦੇ ਵਿੱਚ ਮਨ ਨੂੰ ਰਾਜੇ ਦੀ ਟ੍ਰੇਨਿੰਗ ਦੇ ਕੇ ਇਸ ਨਗਰੀ ਦਾ ਰਾਜ ਦਿੱਤਾ ਜਾਂਦਾ। ਹੁਣ ਜਿਸ ਵੇਲੇ ਇਸ ਰਾਜ ਦੇ ਵਿੱਚ ਇਹ ਕਾਮਯਾਬ ਹੋ ਗਿਆ, ਇਹਨੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਬੰਦਗੀ ਕਰਕੇ ਇਹਨਾਂ ਆਪਣੀ ਅਵਸਥਾ ਬਣਾ ਲਈ। ਅਵਸਥਾ ਬਣਾ ਕੇ ਫਿਰ ਪਰਮਾਤਮਾ ਇਸ ਨੂੰ ਹੋਰ ਜ਼ਿਆਦਾ ਉਹ ਤੋਂ ਸੇਵਾ ਲੈਂਦੇ ਨੇ। ਉਹਨਾਂ ਨੂੰ ਵੱਖ-ਵੱਖ ਉਹਨਾਂ ਦੀ ਅਵਸਥਾ ਬਣਦੀ ਹੈ। ਜਿਵੇਂ ਜਿਵੇਂ ਅਸੀਂ ਸਿਮਰਨ ਕਰਦੇ ਹਾਂ, ਉਹਨਾਂ ਨੂੰ ਕਿਸੇ ਨੂੰ ਕਹਿੰਦੇ ਨੇ ਕਿ ਤੁਸੀਂ ਭਾਈ ਗੁਰੂ ਦੀ ਸੇਵਾ ਕਰਨੀ ਹੈ, ਤੁਸੀਂ ਗਾਂਹ ਅੱਗੇ ਜਾ ਕੇ ਪ੍ਰਚਾਰ ਕਰਨਾ, ਕਿਸੇ ਨੂੰ ਆਹ ਚੀਜ਼ ਕਰਨਾ। ਅਤੇ ਗੁਰੂ ਹਰਗੋਬਿੰਦ ਜੀ ਨੇ ਇਹ ਬੰਦੀ ਛੋੜ ਦਿਵਸ ਦਾ ਕਲੀਅਰ ਕਰ ਦਿੱਤਾ ਕਿ ਭਾਈ ਕਿ ਤੁਸੀਂ ਪਹਿਲਾਂ ਆਪਣੇ ਆਪ ਨੂੰ ਸੁਧਾਰ ਕਰਨਾ, ਕਿ ਕਿਵੇਂ ਕਰਨਾ, ਕਿ ਅਸੀਂ ਰਾਤ ਨੂੰ ਸੌਂ ਕੇ ਅਸੀਂ ਅਕਾਲ ਤਖਤ ਸਾਹਿਬ 'ਤੇ ਜਾਣਾ। ਰਾਤ ਨੂੰ ਜਿਸ ਵੇਲੇ ਵੀ ਅਸੀਂ ਸੌਂਦੇ ਹੈਗੇ ਆ, ਤਾਂ ਸਾਡੇ ਨਾਲ ਕੀ ਹੋ ਰਿਹਾ ਸਾਨੂੰ ਇਹ ਭੇਦ ਨਹੀਂ ਹੈਗਾ। ਸਾਡਾ ਮਨ ਜਿਹੜਾ ਸੀਗਾ ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ ਅਤੇ ਸੂਖਮ ਦੇ ਵਿੱਚ ਜਾਂਦਾ। ਅਕਾਲ ਪੁਰਖ ਨੇ ਕਾਲ ਨੂੰ ਜਿਸ ਵੇਲੇ ਹੁਕਮ ਕਰਦਾ ਕਿ ਮਨ ਬੱਚੇ ਨੇ ਸਾਰਾ ਦਿਨ ਤੇਰੀ ਵਿਗਾੜ ਕੀਤੀ ਆ, ਇਹਨੂੰ ਹੁਣ ਮੇਰੇ ਕੋਲ ਭੇਜ, ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਕਾਲ ਸੀਗਾ ਇਹਨੇ ਭਵਸਾਗਰ ਨਹੀਂ ਖਤਮ ਕੀਤਾ, ਇਹ ਕਰ ਸਕਦਾ ਸੀਗਾ, ਇਹਨੇ ਕੀਤਾ ਨਹੀਂ ਹੈਗਾ। ਅਤੇ ਮਨ ਬੱਚਾ ਜਿਹੜਾ ਸੀਗਾ, ਮਨ ਜਦੋਂ ਰਾਜਾ ਬਾਹਰ ਨਿਕਲਿਆ ਅਤੇ ਇਹਦੇ ਵਿੱਚ ਭਵਸਾਗਰ 'ਚ ਡੁੱਬ ਗਿਆ। ਜਦੋਂ ਭਵਸਾਗਰ ਵਿੱਚ ਡੁੱਬ ਗਿਆ ਤਾਂ ਅਕਾਲ ਪੁਰਖ ਨੇ ਆਣ ਕੇ ਬਾਹੋਂ ਫੜ ਕੇ ਕੱਢ ਲਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਬਾਂਹ ਪਕੜ ਕੇ ਖਿੱਚੇ, ਬਾਂਹ ਫੜ ਕੇ ਉਹਨੇ ਜਿਸ ਵੇਲੇ ਇਹਨੂੰ ਬਾਹਰ ਕੱਢਿਆ, ਬਾਹਰ ਕੱਢ ਕੇ ਇਹਨਾਂ ਆਪਣੇ ਕੋਲ ਬਿਠਾਉਣਾ ਸੀ। ਅਤੇ ਸਾਨੂੰ ਇਹ ਚੀਜ਼ ਸਿਖਾਉਣ ਦੇ ਵਾਸਤੇ ਫਿਰ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਸਾਹਿਬ ਬਣਾ ਕੇ ਦਿੱਤਾ ਕਿ ਭਾਈ ਤੁਸੀਂ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਹੈਗੇ ਆ, ਆਪਾਂ ਹਰ ਰੋਜ਼ ਹਰਿਮੰਦਰ ਸਾਹਿਬ ਇਸ਼ਨਾਨ ਕਰਨਾ ਸਿੱਖਣਾ ਹੁੰਦਾ ਬੰਦਗੀ ਕਰਕੇ, ਫਿਰ ਆਪਾਂ ਅਕਾਲ ਤਖਤ ਸਾਹਿਬ 'ਤੇ ਜਾਣਾ ਹੈਗਾ। ਅਕਾਲ ਤਖਤ ਸਾਹਿਬ 'ਤੇ ਸਾਡੀਆਂ 3 ਤਰ੍ਹਾਂ ਦੀਆਂ ਡਿਊਟੀਆਂ ਲੱਗਦੀਆਂ। ਸਾਡਾ ਸਾਰੇ ਦਿਨ ਦਾ ਕੀਤਾ ਹੋਇਆ ਹਿਸਾਬ ਕਿਤਾਬ ਸਾਰਾ ਰਾਜ ਦੀ ਰੋਜ਼ ਰਾਤ ਨੂੰ ਹੋ ਜਾਂਦਾ। ਇਹਨੂੰ ਕਹਿੰਦੇ ਨੇ ਕਿ ਰਾਤ ਨੂੰ ਜਿਹੜਾ ਸੀ ਅਸੀਂ ਬੰਦਗੀ ਕਰਕੇ ਅਸੀਂ ਚੱਲਣਾ ਹੈਗਾ। ਜਿਸ ਵੇਲੇ ਅਸੀਂ ਰਾਤ ਨੂੰ ਸੌਂਦੇ ਹੈਗੇ ਆ, ਅਸੀਂ ਮੁੱਖ ਵੀ ਬੰਦ ਕਰਦੇ ਹਾਂ, ਅੱਖਾਂ ਬੰਦ ਕਰਕੇ ਘਰਾੜਾ ਮਾਰਦੇ ਹਾਂ, ਤਾਂ ਸਾਡੇ ਸਰੀਰ ਦੇ ਵਿੱਚੋਂ ਜਦੋਂ ਮਨ ਬਾਹਰ ਨਿਕਲਦਾ ਤਾਂ ਸਾਰਾ ਸਰੀਰ ਹਿੱਲ ਜਾਂਦਾ, ਜਿਹੜਾ ਧਬਲ ਭਾਰ ਕਰਨਾ ਜਿਹਨੂੰ ਕਹਿੰਦੇ ਨੇ। ਜਿੱਦਾਂ ਇਸ ਮੰਡਲ ਦੇ ਵਿੱਚ ਵੀ ਆ, ਜਦੋਂ ਹਵਾਈ ਜਹਾਜ਼ ਧਬਲ ਭਾਰ ਕਰਦੇ ਹੈਗੇ ਤਾਂ ਉਹ ਹਵਾਈ ਜਹਾਜ਼ਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ। ਇਸੇ ਤਰ੍ਹਾਂ ਹੀ ਸਾਡਾ ਸਾਰਾ ਸਰੀਰ, ਸਾਡਾ ਇਹ ਮੰਡਲ ਦੇ ਵਿੱਚ ਜਿਹੜਾ ਸਾਡਾ ਸਰੀਰ ਹੈ ਵੀ ਇੱਕ ਮੰਡਲ ਆ, ਇੱਕ ਨਗਰੀ ਹੈਗੀ ਆ, ਕਾਇਆ ਨਗਰੀ ਇਹ ਮਨ ਰਾਜਾ ਜਿਹੜਾ ਕਿਹਾ ਗਿਆ ਹੈਗਾ ਆ, ਇਹ ਕਾਹਦਾ ਹੈਗਾ? ਮੰਡਲ ਦਾ। ਜੋ ਬਰਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜਿਹੜਾ ਖੋਜ ਕਰੂਗਾ ਜੀ ਉਹ ਪਾਲੂਗਾ, ਜਿਹੜਾ ਨਹੀਂ ਖੋਜ ਕਰਦਾ ਉਹ ਨਹੀਂ। ਅਤੇ ਗੁਰੂ ਹਰਗੋਬਿੰਦ ਜੀ ਨੇ ਸਾਨੂੰ ਇਹ ਚੀਜ਼ ਸਮਝਾ ਦਿੱਤੀ। ਅਤੇ ਭਗਤ ਕਬੀਰ ਜੀ ਨੇ ਵੀ ਆਪਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ
ਉਹਨਾਂ ਨੇ ਵੀ ਆਖਿਆ ਕਿ ਗੰਗ ਜਮਨਾ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਿ ਕਬੀਰ ਮਟਕੀਆ ਮੁੰਜਰ ਖੋਜੇ ਬਾਟ। ਕਿਉਂਕਿ ਉਹਨਾਂ ਨੇ ਵੀ ਇਹ ਰਸਤਾ ਦੱਸਿਆ ਵੀ ਆਹ ਘਾਟ ਜਿਹੜੀ ਸੀਗੀ ਇਹਨੂੰ ਰਿਸ਼ੀ ਮੁਨੀ ਲੱਭਦੇ ਫਿਰਦੇ ਰਹੇ, ਤੇ ਸਾਨੂੰ ਗੁਰੂ ਹਰਗੋਬਿੰਦ ਜੀ ਨੇ ਸਪਸ਼ਟ ਕਰਕੇ ਇਹ ਸਾਨੂੰ ਦੱਸ ਦਿੱਤਾ ਕਿ ਭਾਈ ਤੁਸੀਂ ਜਿਹੜਾ ਹੈਗਾ ਆ ਰਾਤ ਨੂੰ ਸੌਣ ਦੇ ਵੇਲੇ ਜਿਹੜਾ ਤਰੀਕਾ ਆ ਉਹ ਇਹ ਹੈਗਾ ਕਿ ਤੁਸੀਂ ਅੱਖਾਂ ਵੀ ਬੰਦ ਕਰ ਲਈਆਂ, ਬੁੱਲ ਵੀ ਬੰਦ ਕਰ ਲੈ, ਤੇ ਸਵਾਸ ਜਿਹੜਾ ਸੀਗਾ ਤੁਹਾਡਾ ਪੂਰੇ ਦਾ ਪੂਰਾ ਪੇਟ ਦੇ ਵਿੱਚ ਭਰ ਗਿਆ ਤੇ ਤੁਹਾਡਾ ਘਰਾੜਾ ਵੱਜੂਗਾ। ਉਸ ਵੇਲੇ ਤੁਹਾਨੂੰ ਵਿਚਾਰ ਕੋਈ ਨਹੀਂ ਆਉਣੇ ਚਾਹੀਦੇ, ਤੁਸੀਂ ਆਪਣੇ ਵਿਚਾਰ ਰੋਕਣੇ ਆ, ਤੁਸੀਂ ਸਿਮਰਨ ਕਰਨਾ, ਸਿਮਰਨ ਅੰਤਰਗਤ ਕਰਦਿਆਂ ਸੌਣਾ। ਜਿਸ ਵੇਲੇ ਤੁਸੀਂ ਇੱਦਾਂ ਸੌ ਜਾਓਗੇ ਤਾਂ ਤੁਸੀਂ ਭਵ ਸਾਗਰ ਦੇ ਵਿੱਚ ਨਹੀਂ ਡਿੱਗੋਗੇ, ਕਿ ਉਸ ਦਿਨ ਦੀ ਫਿਰ ਨਿਸ਼ਾਨੀ ਕੀ ਆ ਕਿ ਤੁਹਾਨੂੰ ਸੁਪਨਾ ਨਹੀਂ ਆਊਗਾ। ਫਿਰ ਤੁਸੀਂ ਜੇਕਰ ਸੁਪਨਾ ਆਊਗਾ ਵੀ ਤਾਂ ਫਿਰ ਕਿੱਦਾਂ ਦਾ ਆਉਣਾ ਹੈਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਜਾਗਣ ਤੇ ਸੁਪਨਾ ਭਲਾ ਜੋ ਬਸੇ ਪ੍ਰਭ ਕੇ ਸੰਗ। ਫਿਰ ਤੁਸੀਂ ਪ੍ਰਭ ਦੇ ਸੰਗ ਜਿਹੜਾ ਸੀਗਾ ਉਹ ਬਸੋਗੇ। ਸਾਨੂੰ ਇਹ ਭੇਜ ਦਿੱਤਾ ਗੁਰੂ ਹਰਗੋਬਿੰਦ ਜੀ ਨੇ ਕਿ ਭਾਈ ਕਿ ਤੁਸੀਂ ਰਾਤ ਨੂੰ ਸੌਣ ਦੇ ਵੇਲੇ ਅਕਾਲ ਤਖਤ ਸਾਹਿਬ 'ਤੇ ਆਉਣਾ ਹੈਗਾ ਆ, ਅਤੇ ਆਪਣੀ 3 ਤਰ੍ਹਾਂ ਦੀ ਡਿਊਟੀਆਂ ਵਿੱਚੋਂ ਜਿਹੜੀ ਵੀ ਡਿਊਟੀ ਲੱਗਦੀ ਹੈਗੀ ਆ, ਕਰਸਾਣੀ ਦੀ ਆ ਜਾਂ ਪ੍ਰਾਹੁਣਚਾਰੀ ਦੀ ਆ ਜਾਂ ਵਪਾਰੀ ਦੀ ਆ, ਅਸੀਂ ਬੰਜਾਰੇ ਆ, ਮਨ ਪਰਦੇਸੀ ਆਵੇ ਬੰਜਾਰਿਆ ਮੈਂ ਬੰਜਾਰਨ ਰਾਮ ਕੀ ਮੇਰਾ ਟਾਂਡਾ ਲੱਦਾ, ਸਾਰਾ ਕੁਝ ਇਹ ਗੁਰੂ ਜੀ ਸਾਨੂੰ ਸਮਝਾਉਣ ਲੱਗੇ ਹੋਏ ਨੇ। ਇਹ ਸਾਨੂੰ ਬੰਦੀ ਛੋੜ ਦਿਵਸ ਮਨਾਉਣ ਦਾ ਇੱਕ ਤਰੀਕਾ ਦੱਸਿਆ ਗਿਆ, ਸਾਨੂੰ ਇਹ ਤੋਂ ਸਿੱਖਿਆ ਦਿੱਤੀ ਗਈ ਸੀ। ਅਸੀਂ ਹੋਰ ਹੀ ਚੀਜ਼ਾਂ ਦੇ ਵਿੱਚ ਅਸੀਂ ਬਾਦ ਵਿੱਚ ਹੀ ਉਲਝਦੇ ਰਹਿ ਗਏ, ਆਹ ਤਿਉਹਾਰ ਇਹਨਾਂ ਦਾ, ਆਹ ਤਿਉਹਾਰ ਇਹਨਾਂ ਦਾ, ਇੱਥੇ ਮੈਂ ਨਹੀਂ ਜਾਣਾ, ਇੱਥੇ ਆਹ ਕਰਨਾ। ਲੇਕਿਨ ਆਪਾਂ ਨੂੰ ਜਿਹੜੀ ਸਿੱਖਿਆ ਲੈਣ ਦੀ ਲੋੜ ਹੈ ਜੀ, ਉਹ ਗੁਰਮੁਖ ਪਿਆਰਿਓ ਇਹੀ ਹੈ ਕਿ ਅਸੀਂ ਆਪਣਾ ਜੀਵਨ ਇਸ ਸੰਸਾਰ ਦੇ ਵਿੱਚ ਬਤੀਤ ਕਰਕੇ ਆਪਣੇ ਘਰ ਦੇ ਵਿੱਚ ਜਾਣਾ ਸਿੱਖੀਏ ਅਤੇ ਸਿਮਰਨ ਕਰਨ ਦੀ ਆਪਾਂ ਆਦਤ ਪਾਈਏ ਅਤੇ ਇਹ ਸੌਣ ਦਾ ਤਰੀਕਾ ਅਪਣਾਈਏ। ਸੋ ਇਹ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅਤੇ ਹੋਰ ਜਿਹੜੀ ਕੋਈ ਗਲਤੀ ਹੋ ਗਈ ਹੋਵੇ ਮੇਰੇ ਕੋਲੋਂ ਮੈਨੂੰ ਦੱਸਣ ਦੀ ਕਿਰਪਾਲਤਾ ਕਰਨੀ ਤਾਂ ਕਿ ਮੈਂ ਆਪਣਾ ਸੁਧਾਰ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।